ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਿਕ ਸ਼੍ਰੀ ਸਤਪਾਲ ਮਹਾਜਨ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਪ੍ਰਿੰਸੀਪਲ रमा महाजन, अरुण ज्योति, शशि भूषण, नीना महाजन, प्रदीप महाजन, मोहित, रिचा, रोहित, श्वेता, डॉक्टर पूजा, अमित टंडन, कीश, अथर ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਅਜੀਤ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਅਜੀਤ ਨਗਰ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। श्री सतपाल महाजन जी का जन्म पिता श्री कुंजलाल महाजन जी के घर माता श्रीमती विद्यावती जी की कुखों दरमान पाकिस्तान विखे सन 1932 विच होया। आप जी बचपन तो ही बहुत ही सुघड़ सियाणे अते होनहार प्रतिभा दे मालिक सन। अपनी पढ़ाई पूरी करन उपरंत आप जी संघ दे स्वयं सेवक बने ਅਤੇ ਗਾਂਧੀ ਜੀ ਦੀ ਹੱਤਿਆ ਸਮੇਂ ਜਦੋਂ ਆਪ ਜੀ ਦੀ ਉਮਰ 16 ਸਾਲ ਦੀ ਸੀ, ਆਪ ਜੀ ਨੇ ਉਸ ਸਮੇਂ ਜੇਲ੍ਹ ਕੱਟੀ। ਸਨ 1952 ਵਿੱਚ ਜਿਸ ਸਮੇਂ ਜਨ ਸੰਘ ਦੀ ਸਥਾਪਨਾ ਹੋਈ ਤਾਂ ਸ਼੍ਰੀ ਸਤਪਾਲ ਮਹਾਜਨ ਜੀ ਉਸ ਦੇ ਅਹਿਮ ਮੈਂਬਰ ਸਨ ਅਤੇ ਜਨ ਸੰਘ ਵੱਲੋਂ ਹੀ ਸਨ 1952 ਵਿੱਚ ਆਪ ਜੀ ਨੇ ਫਿਰੋਜ਼ਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਦੀ ਇਲੈਕਸ਼ਨ ਵੀ ਲੜੀ। ਸ਼੍ਰੀ ਸਤਪਾਲ ਮਹਾਜਨ ਜੀ ਬਹੁਤ ਹੀ ਉੱਚੀ ਸੋਚ ਦੇ ਮਾਲਕ ਸਨ ਅਤੇ ਆਪ ਜੀ ਨੇ ਹਮੇਸ਼ਾ ਹੀ ਜਨ ਸੰਘ ਨੂੰ ਪ੍ਰਮੋਟ ਕੀਤਾ। श्री सतपाल महाजन जी हुणां दे माता जी का देहांत उन्हां दी छोटी उम्रे ही हो गया, जिस उपरंत आप जी दे परिवार ने आप जी दी शादी कर दी। आप जी दा विआह सन 1964 विच श्रीमती सुशील महाजन जी हुणां नाल होया। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ ਅਤੇ ਰੋਜ਼ੀ ਰੋਟੀ ਚਲਾਉਣ ਲਈ ਆਪ ਜੀ ਨੇ ਅੰਮ੍ਰਿਤਸਰ ਆ ਕੇ ਸ਼ਿਸ਼ੂ ਮਾਡਲ ਸਕੂਲ ਵਿੱਚ ਨੌਕਰੀ ਕੀਤੀ। ਇੱਥੇ ਹੀ ਬਸ ਨਹੀਂ, ਸ਼੍ਰੀ ਸਤਪਾਲ ਮਹਾਜਨ ਜੀ ਹੁਣਾਂ ਦੀਆਂ ਪੁਲਾਂਘਾਂ ਬਹੁਤ ਲੰਬੀਆਂ ਸਨ। ਇਸ ਉਪਰੰਤ ਆਪ ਜੀ ਨੇ ਅਜੀਤ ਵਿਦਿਆਲਿਆ ਦੀ ਸਥਾਪਨਾ ਕੀਤੀ, ਜੋ ਕਿ ਇੱਕ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਹੋਇਆ ਸਕੂਲ ਸੀ ਅਤੇ ਮੌਜੂਦਾ ਸਮੇਂ ਵਿੱਚ ਅਜੀਤ ਵਿਦਿਆਲਿਆ ਇੱਕ ਸੀਨੀਅਰ ਸੈਕੰਡਰੀ ਸਕੂਲ ਬਣ ਚੁੱਕਾ ਹੈ। ਸ਼੍ਰੀ ਸਤਪਾਲ ਮਹਾਜਨ ਜੀ ਦਾ ਸੁਪਨਾ ਸੀ ਕਿ ਉਹਨਾਂ ਦਾ ਸਕੂਲ ਬਹੁਤ ਹੀ ਵਧੀਆ ਸਕੂਲ ਹੋਵੇ ਅਤੇ ਮੌਜੂਦਾ ਸਮੇਂ ਵਿੱਚ ਆਪ ਜੀ ਦੇ ਸਕੂਲ ਵਿੱਚ ਵਰਲਡ ਕਲਾਸ ਲੈਬਸ ਹਨ, ਜਿੱਥੇ ਬੱਚੇ ਦੂਰੋਂ ਦੂਰੋਂ ਸਿੱਖਿਆ ਪ੍ਰਾਪਤ ਕਰਨ ਆਉਂਦੇ ਹਨ। आसान
ਦੇ ਘਰ ਬੱਚਿਆਂ ਸੁਧੀਰ ਮਹਾਜਨ, ਸ਼ਸ਼ੀ ਮਹਾਜਨ, ਅਰੁਣ ਜੋਤੀ ਅਤੇ ਨੀਨਾ ਮਹਾਜਨ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਆਪ ਜੀ ਦੇ ਬੇਟੇ ਸੁਧੀਰ ਮਹਾਜਨ ਵੀ ਬੀਜੇਪੀ ਦੇ ਅਹਿਮ ਲੀਡਰ ਸਨ ਅਤੇ ਆਪ ਜੀ ਦੇ ਬੇਟੇ ਨੇ ਵੀ ਸੰਘ ਦੀ ਖਾਤਰ ਜੇਲ੍ਹ ਕੱਟੀ। ਸ਼੍ਰੀ ਸਤਪਾਲ ਮਹਾਜਨ ਜੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਆਪ ਜੀ ਦੇ ਬੇਟੇ ਸੁਧੀਰ ਮਹਾਜਨ ਜੀ, ਬੇਟੀ ਸ਼ਸ਼ੀ ਮਹਾਜਨ ਅਤੇ ਦਾਮਾਦ ਅਸ਼ੋਕ ਮਹਾਜਨ ਆਪ ਜੀ ਨੂੰ ਬੇਵਕਤੀ ਵਿਛੋੜਾ ਦੇ ਗਏ। ਪਰ ਫਿਰ ਵੀ ਆਪ ਜੀ ਨੇ ਹਿੰਮਤ ਨਾ ਹਾਰੀ ਅਤੇ ਪਰਮਾਤਮਾ ਦਾ ਭਾਣਾ ਮੰਨਦੇ ਹੋਏ ਇਹ ਸਭ ਕੁਝ ਨੂੰ ਸਵੀਕਾਰ ਕੀਤਾ। श्री सतपाल महाजन जी एक किंग मेकर इंसान सन। आप जी हमेशा ही हर एक नू गाइड करते अते अगे वधन लई प्रेरित करते। आप जी बहुत ही दूर अंदेशी वाले इंसान सन। श्री सतपाल महाजन जी बहुत ही मिठी बोली अते मेलापड़े सुभाਅ दे मालिक सन। जो कोई भी एक बार आप जी नाल गल कर लैंदा तां आप जी दा ही हो के रह जांदा सी। मौजूदा समय विच आप जी दे नक्शे कदमां ते आप जी दा समुच्चा परिवार चल रहा है। श्री सतपाल महाजन जी दी फुलवाड़ी कीश अते अथर्व नाल महक रही है। इस मौके वड्डी गिनती विच उच्च शख्सियतां ने शिरकत की अते कुछ शख्सियतां वल्लों उन्हां नूं शरधा दे फुल पेंट कीते। मानयोग स्वर्गीय श्री सतपाल महाजन जी दी किरिया दे उत्ते उठाले दे उत्ते असी आज सारे लोग इत्थे इकट्ठे हुए हाँ। स्वर्गीय श्री सतपाल महाजन जी वो परसनैलिटी सी, वो शख्सियत सी जिन्हां ने अपना सारा जीवन 90 ईयर्स जड़ा वो समाज की सेवा विच लगाया। मेरा उन्हां नाल बहुत पुराना संबंध सी। जदों वो
ਫਿਰੋਜ਼ਪੁਰ ਤੋਂ ਇਲੈਕਸ਼ਨ ਲੜ ਕੇ ਪਾਰਲੀਮੈਂਟ ਦਾ ਇੱਥੇ ਅੰਮ੍ਰਿਤਸਰ ਆਏ ਤੇ ਅੰਮ੍ਰਿਤਸਰ ਉਹਨਾਂ ਨੇ ਨਿਸ਼ਚੈ ਕੀਤਾ ਕਿ ਮੈਂ ਇੱਥੇ ਹੀ ਸੈਟਲਡ ਹੋਣਾ ਹੈ ਤੇ ਉਹ ਲੈਣਾ ਵੀ ਸਿੱਖਿਆ ਦਾ ਕੰਮ ਨੂੰ ਹੈ ਤੇ ਉਹਨਾਂ ਨੂੰ ਸਰਸਵਤੀ ਸ਼ਿਸ਼ੂ ਮੰਦਿਰ ਦੇ ਵਿੱਚ ਇਹਨਾਂ ਨੂੰ ਔਰ ਇੱਕ ਜਾਣਦੇ ਹੋਣਗੇ ਸਾਰੇ ਲੋਕ ਨਰਿੰਦਰ ਜੀ, ਨਰਿੰਦਰ ਕਪੂਰ, ਨਰਿੰਦਰ ਭਰਾਤਾ, ਇਹਨਾਂ ਦੇ ਨਾਲ ਹੀ ਇਹਨਾਂ ਨੇ ਸਕੂਲ ਉਹਦੇ ਵਿੱਚ ਆਪਣਾ ਚਲਾਇਆ ਸਰਸਵਤੀ ਸ਼ਿਸ਼ੂ ਮੰਦਿਰ ਔਰ ਉਹਦੇ ਬਾਅਦ ਉੱਥੋਂ ਛੱਡ ਕੇ ਆਪਣਾ ਇੱਥੇ ਹੀ ਅਜੀਤ ਵਿਦਿਆਲਿਆ ਜਿਹੜਾ ਸਕੂਲ ਜਿਹੜਾ ਸ਼ੁਰੂ ਕੀਤਾ ਔਰ ਦੋਨੇ ਜਣਾਂ ਨੇ ਬਹੁਤ ਸਕੂਲ ਨੂੰ ਇਹਨੂੰ ਤਰੱਕੀ ਦਿੱਤੀ। ਇੱਕ ਛੋਟੀ ਜਿਹੀ ਕੋਠੀ ਦੇ ਵਿੱਚ ਸਕੂਲ ਸ਼ੁਰੂ ਕਰਕੇ ਲੇਕਿਨ ਕੰਮ ਕਰਦੇ ਹੋਇਆਂ ਵੀ ਸਾਰਾ ਜੀਵਨ ਜਿਹੜਾ ਸਮਾਜ ਦੇ ਵਿੱਚ ਅਰਪਿਤ ਰਿਹਾ। ਸਭ ਤੋਂ ਬੜੀ ਗੱਲ ਹੈ ਕੋਈ ਐਸਾ ਅੰਦੋਲਨ ਨਹੀਂ ਹੈ ਜਿਸ ਅੰਦੋਲਨ ਦੇ ਵਿੱਚ ਸਤਪਾਲ ਜੀ ਨੇ ਗ੍ਰਿਫਤਾਰੀ ਨਹੀਂ ਦਿੱਤੀ, ਚਾਹੇ ਉਹ ਸੰਘ ਦੇ ਬੈਨ ਹੈ, ਚਾਹੇ ਮਹਾਤਮਾ ਗਾਂਧੀ ਦੇ ਦਾ ਕੇਸ ਹੈ, ਚਾਹੇ ਹਿੰਦੀ ਅੰਦੋਲਨ ਹੈ, ਚਾਹੇ ਮਹਾਪੰਜਾਬ ਦਾ ਅੰਦੋਲਨ ਹੈ, ਚਾਹੇ ਪੰਜਾਬੀ ਸੂਬੇ ਦਾ ਅੰਦੋਲਨ ਹੈ। ਸਾਰੇ ਹੀ ਅੰਦੋਲਨਾਂ ਦੇ ਵਿੱਚ ਔਰ ਖਾਸ ਕਰਕੇ ਐਮਰਜੈਂਸੀ, ਉਹ ਬਹੁਤ ਘੱਟ ਪਰਿਵਾਰ ਹੋਣਗੇ ਕਿ ਜਿਸ ਐਮਰਜੈਂਸੀ ਦੇ ਵਿੱਚ ਪਿਤਾ ਵੀ ਸ਼੍ਰੀ ਸਤਪਾਲ ਮਹਾਜਨ ਵੀ ਜੇਲ੍ਹ 'ਚ ਹੋਣ ਔਰ ਸੁਧੀਰ ਮਹਾਜਨ ਉਹਨਾਂ ਦਾ ਬੇਟਾ ਜਿਹੜਾ ਉਹ ਵੀ ਜੇਲ੍ਹ 'ਚ ਸੀ ਮੇਰੇ ਨਾਲ ਹੀ, ਅਸੀਂ ਇਕੱਠੇ 1 ਸਾਲ ਉੱਥੇ ਰਹੇ। ਕੋਈ ਮਤਲਬ ਐਸਾ ਜਗ੍ਹਾ ਨਹੀਂ ਸੀ ਔਰ ਸਭ ਤੋਂ ਬੜੀ ਗੱਲ ਪ੍ਰਮਾਤਮਾ ਨੇ ਬਾਅਦ 'ਚ ਉਹਨਾਂ ਨੂੰ ਬਹੁਤ ਕਿਰਪਾ ਕੀਤੀ ਔਰ ਉਹਨਾਂ ਨੇ ਉਸ ਕਿਰਪਾ ਨੂੰ ਸਮਾਜ ਦੇ ਕੰਮ ਵਾਸਤੇ ਲਗਾਉਣ ਵਾਸਤੇ ਵੀ ਕੋਈ ਘੱਟ ਨਹੀਂ ਕੀਤਾ। ਕਦੀ ਵੀ ਕਿਸੇ ਵੀ ਕੰਮ ਵਾਸਤੇ ਪਾਰਟੀ ਵਾਸਤੇ ਪੈਸਾ ਮੰਗਣ ਵਾਸਤੇ ਅਸੀਂ ਆਏ ਹਾਂ, ਚਾਹੇ ਇਕੱਲੇ ਆਏ ਹਾਂ ਚਾਹੇ 5 ਬੰਦੇ ਆਏ ਹਾਂ, ਉਹਨਾਂ ਨੇ ਕਦੀ ਨਿਰਾਸ਼ ਨਹੀਂ ਕੀਤਾ। ਜੋ ਮੰਗਿਆ ਉਹਨਾਂ ਨੇ ਦਿੱਤਾ ਔਰ ਖਾਸ ਕਰਕੇ ਕਿਹਾ ਕਿ ਤੁਸੀਂ ਮੂੰਹੋਂ ਬੋਲੋ ਕੀ ਚਾਹੀਦਾ। ਮੈਂ ਪਾਰਟੀ ਵਾਸਤੇ ਜਾਨ ਦੇਣ ਵਾਸਤੇ ਵੀ ਤਿਆਰ ਹੈ, ਪੈਸਾ ਦਾ ਕੁਝ ਵੀ ਚੀਜ਼ ਨਹੀਂ ਹੈ। ਔਰ ਵਾਕਈ ਸਾਰੇ ਹੀ ਕੰਮ ਜਿਹੜੇ ਨੇ, ਚਾਹੇ ਰਾਮ ਮੰਦਿਰ ਦਾ ਕੰਮ ਸੀ, ਚਾਹੇ ਬੀਜੇਪੀ ਦਾ ਸਮਾਰਕ ਖੰਨਾ ਹਰਬੰਸਲਾ ਖੰਨਾ ਸਮਾਰਕ ਬਣਾਉਣ ਵਾਸਤੇ ਸੀ, ਹਰ ਜਗ੍ਹਾ ਦੇ ਉੱਤੇ ਉਹ ਪੈਸਾ ਜਿਹੜਾ ਸਾਨੂੰ ਦਿੰਦੇ ਰਹੇ, ਆਰਥਿਕ ਮਦਦ ਕਰਦੇ ਰਹੇ। ਔਰ ਸਭ ਤੋਂ ਵੱਡੀ ਬਹਾਦਰੀ ਦੀ ਗੱਲ ਹੈ ਵੈ ਕਿ ਕਦੀ ਵੀ ਕਿਸੇ ਪਾਰਟੀ ਦੀ ਮੀਟਿੰਗ ਨੂੰ ਮਿਸ ਨਹੀਂ ਕੀਤਾ। ਉਹਨਾਂ ਨੂੰ ਤਕਲੀਫ ਵੀ ਬਹੁਤ ਜ਼ਿਆਦਾ ਸੀ, ਅਸੀਂ ਕਈ ਵਾਰੀ ਕਹਿਣਾ ਕਿ ਤੁਸੀਂ ਰਹਿਣ ਦਿਓ, ਲੇਕਿਨ ਲਾਸਟ ਟਾਈਮ ਤੱਕ ਵੀ ਉਹ ਜਿਹੜੀ ਸਾਡੀ ਕੋਰ ਕਮੇਟੀ ਦੀ ਮੀਟਿੰਗ ਸੀ ਉਹਦੇ ਵਿੱਚ ਉਹ ਆਉਂਦੇ ਸੀ ਔਰ ਆ ਕੇ ਔਰ ਸਾਨੂੰ ਮਾਰਗਦਰਸ਼ਨ ਦਿੰਦੇ ਸੀ। ਅਸੀਂ ਪਾਰਟੀ ਦੇ ਨਾਤੇ ਬਹੁਤ ਵੱਡੀ ਕਮੀ ਮਹਿਸੂਸ ਕਰਨੇ ਆ ਔਰ ਸਭ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਨਸੰਘ ਦੇ ਉਹ ਸੰਸਥਾਪਕ ਸਦੱਸ ਸੀ। ਜਨਸੰਘ ਜਿਸ ਦਿਨ ਬਣਿਆ ਉਹਨਾਂ ਵਿੱਚੋਂ ਇੱਕ ਸਤਪਾਲ ਮਹਾਜਨ ਜੀ ਵੀ ਸੀ। ਸੋ ਮੈਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨਾ ਔਰ ਭਗਵਾਨ ਅੱਗੇ ਪ੍ਰਾਰਥਨਾ ਕਰਨਾ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਲਗਾਉਣ ਔਰ ਉਹ ਪਰਿਵਾਰ ਨੂੰ ਵੀ ਇਹ ਕਹਾਂਗਾ ਕਿ ਉਹਨਾਂ ਦੇ ਮਾਰਗਦਰਸ਼ਨ ਤੇ ਉਹਨਾਂ ਦੇ ਦਿੱਤੇ ਹੋਏ ਕੰਮ ਦੇ ਉੱਤੇ ਉਹ ਚੱਲਣ ਔਰ ਸਮਾਜ ਨੂੰ ਸੇਵਾ ਕਰਨ। ਧੰਨਵਾਦ। श्री सतपाल जी महाजन साडे वरिष्ठ कार्यकर्ता ऐसे कुछ अधिकारी कुछ वरिष्ठ जन जिन्हां तो असी जीवन दे विच संगठन दे बारे अपने जीवन दे बारे कुछ सिक्ख्या उन्हां चों एक सीगे। लगभग 55-56 साल तो उन्हां नाल संपर्क सीगा। बचपन तो ही असी देखदे सी ते कई वारी असी जदों थोड़े वड्डे होए ते असी उन्हां नूं मजाक 'च कहना कि तुहानूं कदी गुस्सा नहीं आंदा। ਹੁਣ ਅਸੀਂ ਸ਼ੈਤਾਨੀਆਂ ਵੀ ਕਰਨੀਆਂ ਤੇ ਉਹਨਾਂ ਨੇ ਹੱਸ ਕੇ ਤੇ ਜਿਹੜਾ ਹੈ ਸਾਨੂੰ ਜਿਹੜਾ ਹੈ ਉਹ ਸਮਝਾਉਣਾ। ਰਾਮ ਜਨਮ ਭੂਮੀ ਅੰਦੋਲਨ ਦੀ ਘਟਨਾ ਆਉਂਦੀ ਹੈ ਕਿ ਵੀ ਜਦੋਂ ਅਸੀਂ ਉੱਥੇ ਫੜੇ ਗਏ ਸਾਰੇ, ਇਹ ਸਾਡੇ ਤੋਂ ਵੀ ਪਹਿਲੇ ਐਡਵਾਂਸ ਪਾਰਟੀ 'ਚ ਸੀਗੇ ਤੇ ਸਾਨੂੰ ਤਾਂ ਉਦੋਂ ABC ਨਹੀਂ ਸੀ ਆਉਂਦੀ ਤੇ ਪੂਰੇ ਸਭ ਕਾਰਜਕਰਤਾ ਜਿਹੜੇ ਸਾਡੀ ਉਮਰ ਦੇ ਅਸੀਂ ਯੰਗ ਸਾਂ ਉਸ ਵੇਲੇ, ਉਹਨਾਂ ਨੂੰ ਸੰਭਾਲਦੇ ਹੋਏ, ਉਹਨਾਂ ਨੂੰ ਨਾਲ ਟ੍ਰੇਨਿੰਗ ਦਿੰਦੇ ਹੋਏ ਔਰ ਕਿਸ ਤਰ੍ਹਾਂ ਕਿਹੜੀ ਪਰਿਸਥਿਤੀ 'ਚ ਕੀ ਲੈਣਾ ਔਰ ਕੀ ਤੁਸੀਂ ਸਟੈਂਡ ਲੈਣਾ, ਇਹ ਬਰੀਕੀ ਦੇ ਨਾਲ ਸਤਪਾਲ ਜੀ ਨੇ ਸ਼ਾਇਦ ਆਪਣੇ ਜੀਵਨ ਦੇ ਵਿੱਚ ਹਜ਼ਾਰਾਂ ਕਾਰਜਕਰਤਾ ਖੜੇ ਕੀਤੇ ਹੋਣੇ। ਜਿਹੜੀ ਗੱਲ ਆਉਂਦੀ ਕਿ ਸਭ ਤੋਂ ਪਹਿਲੇ ਫਿਰੋਜ਼ਪੁਰ ਦਾ ਇਲੈਕਸ਼ਨ ਲੜਿਆ, ਸੰਗਠਨ ਨੇ ਜੋ ਡਿਊਟੀ ਲਾਤੀ ਉਹ ਭਾਵੇਂ ਮੇਰੇ ਵਿੱਤ 'ਚ ਹੈਗੀ ਹੈ, ਮੇਰੇ ਵੱਸ 'ਚ ਹੈਗੀ ਹੈ ਜਾਂ ਨਹੀਂ ਹੈਗੀ, ਉਹਦਾ ਅਕਸ਼ਰਸ਼ਾ ਪਾਲਨ ਕਰਨਾ ਇਹ ਸਤਪਾਲ ਜੀ ਨੇ ਆਪਣੇ ਜੀਵਨ ਦੇ ਵਿੱਚ ਮਤਲਬ ਪ੍ਰਤੱਖ ਕਰਕੇ ਦਿਖਾਇਆ। ਔਰ ਮੈਂ ਅੱਜ ਦੇ ਦਿਨ ਉਹਨਾਂ ਨੂੰ ਜਿਹੜੀ ਹੈ ਉਹ ਸ਼ਰਧਾਂਜਲੀ ਵੀ ਹੈ ਔਰ ਸ਼ਰਧਾਂਜਲੀ ਅਸਲ ਦੇ ਵਿੱਚ ਉਹ ਹੈ ਕਿ ਅਸੀਂ ਸਾਰੇ ਜਿਹੜੇ ਉਹਨਾਂ ਦੇ ਨਾਲ ਜੀਵਨ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੁੜੇ ਰਹੇ ਹਾਂ। ਵਿਲ ਪਾਵਰ 'ਚ ਫਰਕ ਨਹੀਂ, ਬਹੁਤ ਵੱਡੀ ਕਹਿੰਦੇ ਹੈ ਸਭ ਤੋਂ ਜ਼ਿਆਦਾ ਵਜਨ ਕੌਣ ਚੁੱਕਦਾ, ਉਹ ਕਹਿੰਦਾ ਹਾਥੀ, ਕਹਿੰਦਾ ਗਲਤ।
ਸਭ ਤੋਂ ਜ਼ਿਆਦਾ ਵਜਨ ਉਹ ਬਾਪ ਚੁੱਕਦਾ ਜਿਹਦੇ ਮੋਢੇ ਦੇ ਉੱਤੇ ਬੇਟੇ ਦਾ ਜਿਹੜਾ ਹੈ ਸ਼ਵ ਜਾਂਦਾ ਹੈ। ਐਸੀ ਵੱਡੀ ਭੀੜ ਪੈਣ ਦੇ ਬਾਵਜੂਦ ਵੀ ਆਪਣੇ ਪ੍ਰਿੰਸੀਪਲ ਤੇ, ਆਪਣੇ ਸਿਧਾਂਤ ਤੇ, ਆਪਣੀ ਸੇਵਾ ਤੇ ਅਡਿੱਗ ਰਹਿਣਾ ਇਹ ਵਿਰਲਿਆਂ ਦਾ ਹੀ ਕੰਮ ਹੈ। ਤੋ ਇਸ ਕਰਕੇ ਉਸ ਕਰਮਯੋਗੀ ਸਤਪਾਲ ਜੀ ਨੂੰ ਅਸੀਂ ਸੱਚੀ ਸ਼ਰਧਾਂਜਲੀ ਦਿੰਦੇ ਹਾਂ ਔਰ ਅਸੀਂ ਸਾਰੇ ਔਰ ਵਿਸ਼ੇਸ਼ ਕਰਕੇ ਪਰਿਵਾਰ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਮਾਰ ਕੇ ਉਸੇ ਤਰ੍ਹਾਂ ਹੀ ਅਸੀਂ ਖੜ੍ਹੇ ਹਾਂ। ਔਰ ਮੈਂ ਅਪੀਲ ਕਰਨਾ ਸਾਰੇ ਕਾਰਜਕਰਤਾ ਨੂੰ ਵੀ ਤੇ ਪਰਿਵਾਰ ਨੂੰ ਵੀ ਕਿ ਜਿਹੜੇ ਪੂਰ ਨੇ ਉਹ ਪਾ ਗਏ ਨੇ ਤੇ ਉਸ ਦੇ ਉੱਤੇ ਅਸੀਂ ਚੱਲੀਏ ਤੇ ਉਹਨਾਂ ਦਾ ਨਾਮ ਜਿਹੜੀ ਉਹਨਾਂ ਦੀ ਤਪੱਸਿਆ ਹੈ ਜਿਹੜੀ ਉਹਨੂੰ ਹੋਰ ਚਾਰ ਚੰਦ ਲੱਗਣ। ਜੈ ਸ਼੍ਰੀ ਰਾਮ। ਔਰ ਉਹਨਾਂ ਨੇ ਜੋ ਘਾਲਣਾ ਕੀਤੀ ਆਪਣੀ ਜ਼ਿੰਦਗੀ 'ਚ, ਮੇਰਾ ਉਹਨਾਂ ਨਾਲ ਸੰਬੰਧ ਕੋਈ ਕਾਟ-ਬਾਟ ਕੋਈ ਚਾਲੂ ਹੋਇਆ ਔਰ ਬਿਲਕੁਲ ਪਰਿਵਾਰ ਦੀ ਤਰ੍ਹਾਂ ਹੀ ਸਾਡੇ ਨਾਲ ਸਾਨੂੰ ਐਂ ਲੱਗਦਾ ਸੀ ਵੀ ਸਾਡਾ ਚਾਚਾ ਇਹ ਸਾਡੇ ਕੋਲ ਬੈਠਾ ਔਰ ਪਰਿਵਾਰ ਵਾਂਗ ਵੀ ਸਾਨੂੰ ਚਲਾਉਂਦੇ ਰਹੇ। ਹਮੇਸ਼ਾ ਹਰ ਗੱਲ 'ਚ ਸਾਨੂੰ ਨਾਲ ਲੈ ਕੇ ਉਂਗਲ ਫੜ ਕੇ ਸਾਡੇ ਨਾਲ ਮੋਢਾ ਜੋੜ ਕੇ ਚੱਲਦੇ ਰਹੇ ਔਰ ਉਹ ਸਾਡੇ ਉਹ ਇੱਕ ਵੱਟ ਵਿਅਕਤੀ ਜਿਨ੍ਹਾਂ ਨੇ ਪਾਰਟੀ ਦਾ ਜਦੋਂ ਸਥਾਪਨਾ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਕਦੀ ਵੀ ਪਾਰਟੀ ਨੂੰ ਪਿੱਛੇ ਮੁੜ ਕੇ ਨਹੀਂ ਦੇਖਿਆ। ਜਦੋਂ ਬਹੁਤ ਜ਼ਿਆਦਾ ਹਾਲਾਤ ਜਿਹੜੇ ਅਬਨਾਰਮਲ ਸੀ ਉਦੋਂ ਹੀ ਉਹਨਾਂ ਨੇ ਬਿਲਕੁਲ ਦ੍ਰਿੜ ਨਿਸ਼ਚੇ ਦੇ ਨਾਲ ਪਾਰਟੀ ਦੀ ਸੇਵਾ ਕੀਤੀ ਹੈ। ਬਹੁਤ ਵਾਰੀ ਕੁਰਸੀਆਂ ਕਰਾਈਆਂ, ਬਹੁਤ ਵਾਰੀ ਉਹਨਾਂ ਦੇ ਨਾਲ ਤਸ਼ੱਦਦ ਹੋਏ ਆ ਔਰ ਉਹਦੇ ਬਾਵਜੂਦ ਡਟ ਕੇ ਪਾਰਟੀ ਦੇ ਨਾਲ ਖੜੇ ਰਹੇ ਆ। ਐਮਰਜੈਂਸੀ ਦੇ ਵਿੱਚ ਵੀ ਮਾਨ ਸਾਹਿਬ ਜੀ, ਸੁਧੀਰ ਜੀ ਵੀ ਸਾਰੇ ਅੰਦਰ ਰਹੇ ਔਰ ਪਰਿਵਾਰ ਜਿਹੜਾ ਦ੍ਰਿੜ ਨਿਸ਼ਚੇ ਨਾਲ ਖੜਾ ਹੈ। ਸੋ ਅੱਜ ਜਿਹੜੀ ਇਹ ਸਾਨੂੰ ਸਾਡੇ 'ਤੇ ਨੁਕਸਾਨ ਹੋਇਆ ਇਹ ਕਦੀ ਪੂਰਾ ਤਾਂ ਨਹੀਂ ਹੋ ਸਕਦਾ ਪਰ ਜ਼ਿੰਦਗੀ ਹੈ, ਇਸ ਤਰ੍ਹਾਂ ਹੀ ਚੱਲਣਾ ਪੈਂਦਾ। ਉਹਨਾਂ ਨੇ ਜਿਸ ਤਰ੍ਹਾਂ ਦੀ ਮਿਹਨਤ ਕਰਕੇ ਸਮਾਜ 'ਚ ਨਾਂ ਖੜਾ ਕੀਤਾ, ਪਰਿਵਾਰ ਨੂੰ ਖੜਿਆ ਕੀਤਾ, ਮੈਂ ਇਹ ਚਾਹਾਂਗਾ ਵੀ ਸਾਰਾ ਪਰਿਵਾਰ ਦ੍ਰਿੜ ਨਿਸ਼ਚੇ ਨਾਲ ਇਸ ਤਰ੍ਹਾਂ ਹੀ ਚੱਲਦਾ ਰਹੇ ਔਰ ਇਸ ਤਰ੍ਹਾਂ ਕਿਉਂ ਖੜੀ ਚੀਜ਼ ਹੋ ਕੇ ਪਰਿਵਾਰ ਅੱਗੇ ਵਧੇ। ਬਿਲਕੁਲ ਇਹਨਾਂ ਸ਼ਬਦਾਂ ਨਾਲ ਹੀ ਅਸੀਂ ਆਪਣੇ ਵੱਲੋਂ ਔਰ ਸਾਰੇ ਆਪਣੇ ਨਾਲ ਸਾਡੇ ਸਤਿਕਾਰ ਭਾਈ ਸਾਹਿਬ ਨੂੰ ਬਹੁਤ ਬਹੁਤ ਸ਼ਰਧਾਂਜਲੀ ਦਿੰਦੇ ਹਾਂ ਔਰ ਪਰਿਵਾਰ ਦੇ ਹਰ ਵੇਲੇ ਸਾਰੀ ਜ਼ਿੰਦਗੀ ਨਾਲ ਖੜੋਤੇ ਹਾਂ। ਪਰਿਵਾਰ ਦਾਂਗਾ। ਜੈ ਹਿੰਦ, ਜੈ ਭਾਰਤ। ਸ਼੍ਰੀ ਸਤਪਾਲ ਮਹਾਜਨ ਜੀ ਜਿਹੜੇ ਕਿ ਅੱਜ ਸਾਡੇ ਵਿੱਚ ਨਹੀਂ ਰਹੇ, ਅੱਜ ਉਹਨਾਂ ਦੇ ਸ਼ੋਕ ਵਿੱਚ ਅਸੀਂ ਸਾਰੇ ਇਕੱਤਰ ਹੋਏ ਹਾਂ। ਸੋ ਸਾਡੇ ਵਾਸਤੇ ਇੱਕ ਬਹੁਤ ਸਾਡੇ ਪ੍ਰੇਰਨਾ ਸਰੋਤ ਸੀਗੇ। ਜਦੋਂ ਵੀ ਕੋਈ ਕਾਰਜਕ੍ਰਮ ਹੁੰਦਾ ਸੀਗਾ ਪ੍ਰੇਰਨਾ ਮਾਰਗਦਰਸ਼ਨ ਸਾਨੂੰ ਮਿਲਦਾ ਰਹਿੰਦਾ ਸੀਗਾ। ਉਹਨਾਂ ਦੇ ਜਿਹੜਾ ਇਹ ਛੋਟਾ ਜਿਹਾ ਪੌਦਾ ਲਾਇਆ ਹੋਇਆ ਭਾਰਤੀ ਜਨਤਾ ਪਾਰਟੀ ਦਾ ਅੱਜ ਜਿਹੜੇ ਫਲ ਦੇ ਰਹੇ ਆ ਇਹ ਵੱਡਾ ਵ੍ਰਿਕਸ਼ ਬਣ ਚੁੱਕਾ ਹੈ ਔਰ ਮੈਂ ਇੱਕ ਮੁੱਖ ਸੇਵਾਦਾਰ ਦਾ ਦਾਇਿਤਵ ਅਸੀਂ ਨਿਭਾ ਰਹੇ ਹਾਂ। ਮੇਰੇ ਸਾਰੇ ਬਜ਼ੁਰਗ ਸ਼੍ਰੀ ਬਖਸ਼ੀ ਰਾਮ ਅਰੋੜਾ ਜੀ ਤੇ ਸੁਰਿੰਦਰ ਜੀ ਔਰ ਸਾਡੀ ਭੈਣ ਜੀ ਸਾਰੇ ਇੱਥੇ ਨੇ। ਇਹ ਪੁਰਾਣੇ ਕਾਰਜਕਰਤਾ ਉਹ ਨੇ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੀ ਨੀਂਹ ਰੱਖੀ ਸੀ। ਭਾਰਤੀ ਜਨਤਾ ਪਾਰਟੀ ਵਾਸਤੇ ਇਹਨਾਂ ਨੇ ਜੇਲ੍ਹਾਂ ਵੀ ਕੱਟੀਆਂ, ਭਾਰਤੀ ਜਨਤਾ ਪਾਰਟੀ ਵਾਸਤੇ ਕਈ ਕੁਛ ਇਹਨਾਂ ਨੇ ਸਿਆ। ਪਰ ਹੁਣ ਦਾਇਿਤਵ ਸਾਡਾ ਹੈ ਜੋ ਸਾਡੇ ਸਤਪਾਲ ਮਹਾਜਨ ਜੀ ਜਾਂ ਇਹ ਸਾਡੇ ਸਾਰੇ ਵਰਿਸ਼ਟ ਜਿਹੜੇ ਕਾਰਜਕਰਤਾ ਨੇ, ਜੋ ਇਹਨਾਂ ਦਾ ਮਾਰਗਦਰਸ਼ਨ ਸਾਨੂੰ ਮਿਲਦਾ ਹੈ ਜਾਂ ਮਿਲਦਾ ਅੱਗੇ ਰਹੇਗਾ ਜਾਂ ਆਸ਼ੀਰਵਾਦ ਇਹਨਾਂ ਦਾ ਮਿਲਦਾ ਰਹੇਗਾ। ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਵੀ ਇਹਨਾਂ ਨੇ ਪੌਦਾ ਲਾਇਆ ਹੁਣ ਵ੍ਰਿਕਸ਼ ਬਣ ਗਿਆ ਔਰ ਉਹਦਾ ਫਲ ਖਾਣ ਦਾ ਸਮਾਂ ਹੈ। ਸੋ ਅਸੀਂ ਬਹੁਤ ਮਿਹਨਤ ਕਰਕੇ ਇਹਨਾਂ ਦਾ ਮਾਰਗਦਰਸ਼ਨ ਲੈ ਕੇ ਇਹਨਾਂ ਦਾ ਆਸ਼ੀਰਵਾਦ ਲੈ ਕੇ ਅਸੀਂ ਇਹ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਸੇਵਾ ਵੀ ਕਰਾਂਗੇ ਔਰ ਭਾਰਤੀ ਜਨਤਾ ਪਾਰਟੀ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੋਂ ਤੱਕ ਵੀ ਹੋ ਸਕਦਾ ਸਰਕਾਰ ਵੀ ਬਣਾਵਾਂਗੇ ਤਾਂ ਕਿ ਸਾਡੇ ਇਹ ਸੱਚੀ ਸ਼ਰਧਾਂਜਲੀ ਹੋਏਗੀ ਸ਼੍ਰੀ ਸਤਪਾਲ ਮਹਾਜਨ ਜੀ ਨੂੰ ਔਰ ਉਹ ਸਾਡੇ ਮਹਾਂਪੁਰਖ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦਾ ਪੌਦਾ ਇਹ ਲਾਇਆ ਸੀਗਾ। ਧੰਨਵਾਦ। ਸਤਪਾਲ ਮਹਾਜਨ ਜੀ ਨਾਲ ਮੇਰਾ ਬਚਪਨ ਤੋਂ ਸੰਬੰਧ ਹੈ। ਜਦੋਂ ਮੈਂ ਛੋਟਾ ਸੀ ਮੇਰਾ ਉਦੋਂ ਦਾ ਸੰਬੰਧ ਹੈ ਪਰਿਵਾਰ ਨਾਲ। ਜਦੋਂ ਮੈਂ ਇਹਨਾਂ ਨੇ ਹੀ ਮੈਨੂੰ ਰਾਜਨੀਤੀ 'ਚ ਲਿਆਂਦਾ ਤੇ ਵਧੀਆ ਤਰੀਕੇ ਨਾਲ ਅਸੀਂ ਕੰਮ ਕੀਤਾ, ਇਕੱਠੇ ਮਿਲ ਕੇ ਕੰਮ ਕੀਤਾ। ਇਹਨਾਂ ਦਾ ਆਸ਼ੀਰਵਾਦ ਹਮੇਸ਼ਾ ਮੇਰੇ ਉੱਤੇ ਰਿਹਾ। ਜੋ ਵੀ ਮੈਂ ਇਹਨਾਂ ਕੋਲ ਕੋਈ ਕਦੀ ਵੀ ਸਹਾਇਤਾ ਵਾਸਤੇ, ਪਾਰਟੀ ਫੰਡ ਵਾਸਤੇ ਜਾਂ ਕਿਸੇ ਵਾਸਤੇ ਵੀ ਕੰਮ ਵਾਸਤੇ ਆਇਆ ਤੇ ਮੇਰਾ ਕੰਮ ਇਹਨਾਂ ਨੇ ਹਰ ਕੰਮ ਨੂੰ ਪੂਰਨ ਕੀਤਾ। ਬਾਕੀ ਇਹਨਾਂ ਦਾ ਜੀਵਨ ਜਿਹੜਾ ਆ ਸਾਦਾ ਤੇ ਬਹੁਤ ਵਧੀਆ, ਹਰ ਕੰਮ ਦੇ ਵਿੱਚ ਸੰਗਠਨ ਨੂੰ ਅੱਗੇ ਲੈ ਕੇ ਪ੍ਰਮੁੱਖਤਾ ਦੇ ਉੱਤੇ ਲੈ ਕੇ ਚੱਲਣਾ ਇਹ ਇਹਨਾਂ ਦੇ ਸੁਭਾਅ ਦੇ ਵਿੱਚ ਸੀਗਾ। ਤੇ ਕਦੀ ਵੀ ਮੇਰੇ ਨਾਲ ਕੋਈ ਮਾੜਾ ਬੰਦਾ ਵੀ ਗਿਆ ਇਹਨਾਂ ਕੋਲ ਤੇ ਇਹਨਾਂ ਨੇ ਉਹਦੀ ਮਦਦ ਕੀਤੀ, ਹਰ ਤਰ੍ਹਾਂ ਨਾਲ ਮਦਦ ਕੀਤੀ। ਸਾਡੀ ਪਾਰਟੀ ਦੇ ਬਹੁਤ ਵਰਿਸ਼ਟ ਨੇਤਾ ਜਿਨ੍ਹਾਂ ਨੇ ਕਿ ਜਨਸੰਘ ਦੇ ਟਾਈਮ ਤੋਂ ਔਰ ਬਿਫੋਰ ਉਹਨਾਂ ਦੀ ਕਿਤਾਬ ਮੈਂ ਪੜ੍ਹੀ ਹੈ ਉਹਦੇ ਤੋਂ ਵੀ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਬਿਫੋਰ ਪਾਰਟੀਸ਼ਨ ਉਹ ਸੰਘ ਦੇ ਨਾਲ ਲੱਗੇ ਹੋਏ ਸੀਗੇ ਔਰ ਸਭ ਤੋਂ ਪਹਿਲੀ ਇਲੈਕਸ਼ਨ 1952 ਦੀ ਉਹਨਾਂ ਨੇ ਲੜੀ
ਔਰ ਬਹੁਤ ਵਰਿਸ਼ਟ ਨੇਤਾ ਸਾਡੀ ਪਾਰਟੀ ਦੇ ਨੇ। ਔਰ ਮੈਂ ਸਮਝਦਾ ਕਿ ਜਿੱਥੇ ਪਰਿਵਾਰ ਵਾਸਤੇ ਉਹਨਾਂ ਦਾ ਬਹੁਤ ਵੱਡਾ ਹੱਥ ਸੀ ਪਰਿਵਾਰ ਦੇ ਉੱਪਰ, ਉੱਥੇ ਪੂਰੀ ਪਾਰਟੀ ਜਿਹੜੀ ਹੈ ਪੰਜਾਬ ਦੀ ਔਰ ਅੰਮ੍ਰਿਤਸਰ ਦੀ ਖਾਸ ਤੌਰ ਤੇ ਉਹਦੇ ਤੇ ਉਹਨਾਂ ਦੇ ਬੜਾ ਵੱਡਾ ਹੱਥ ਸੀ। ਇੱਕ ਪਿਤਾ ਸਮਾਨ ਸਾਡੇ ਨਾਲ ਸਲਾਹ ਦਿੰਦੇ ਸੀ, ਸਾਨੂੰ ਝਿੜਕਾਂ ਵੀ ਮਾਰ ਲੈਂਦੇ ਸੀ, ਸਾਨੂੰ ਪਿਆਰ ਵੀ ਕਰਦੇ ਸੀ। ਔਰ ਇਸ ਤਰ੍ਹਾਂ ਦਾ ਇਨਸਾਨ ਜਿਹੜਾ ਚਲਾ ਗਿਆ, ਬਹੁਤ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਪਿਆ ਹੈ ਉੱਥੇ ਪੰਜਾਬ ਨੂੰ ਔਰ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਨੂੰ ਐਸੇ ਮਹਾਨ ਵਿਅਕਤੀ ਜਿਹੜੇ ਨੇ ਚਲੇ ਜਾਣ ਦਾ ਬਹੁਤ ਵੱਡਾ ਸਾਨੂੰ ਘਾਟਾ ਪਿਆ ਹੈ। ਔਰ ਇਹ ਘਾਟਾ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰਮਾਤਮਾ ਕਰੇ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਔਰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ, ਪਰਿਵਾਰ ਨੂੰ ਉਹਨਾਂ ਦਾ ਭਾਣਾ ਬਖਸ਼ਣ ਦਾ ਬਲ ਬੁੱਧੀ ਬਖਸ਼ੇ ਔਰ ਪਾਰਟੀ ਨੂੰ ਵੀ ਉਸ ਜਿਹੜਾ ਗੈਪ ਹੈ ਉਸ ਵਰਿਸ਼ਟ ਨੇਤਾ ਦਾ ਉਹਨੂੰ ਟਾਈਮ ਲੱਗੇਗਾ, ਲੇਕਿਨ ਉਸ ਨੇਤਾ ਉਹੋ ਜਿਹੇ ਨੇਤਾ ਜਿਹੜੇ ਨੇ ਪਾਰਟੀ ਨੂੰ ਬਹੁਤ ਲੋੜ ਹੈ ਕਿ ਉਸ ਤਰ੍ਹਾਂ ਦੇ ਨੇਤਾ ਜਿਹੜੇ ਨੇ ਪਾਰਟੀ ਵਿੱਚ ਦੁਬਾਰਾ ਖੜੇ ਹੋਣ ਔਰ ਪਾਰਟੀ ਦੇ ਉੱਪਰ ਆਪਣਾ ਹੱਥ ਰੱਖਣ। ਥੈਂਕ ਯੂ। ਰਾਸ਼ਟਰੀ ਸਵੈਮ ਸੇਵਕ ਸੰਘ, ਜਨ ਸੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਫਾਊਂਡਰ ਮੈਂਬਰ ਵਜੋਂ ਸ਼੍ਰੀ ਸਤਪਾਲ ਜੀ ਮਹਾਜਨ ਦਾ ਜੀਵਨ ਜਿਹੜਾ ਉਹਨਾਂ ਨੇ ਪਾਰਟੀ ਵਾਸਤੇ ਆਪਣਾ ਸਾਰਾ ਜੀਵਨ ਲਗਾਇਆ ਔਰ ਅੱਜ ਜੋ ਰਿਜ਼ਲਟ ਭਾਰਤੀ ਜਨਤਾ ਪਾਰਟੀ ਦੇ ਦੇਖਣ ਨੂੰ ਆ ਰਿਹਾ ਹੈ, ਸਤਪਾਲ ਜੀ ਵਰਗੇ ਲੋਕਾਂ ਦਾ ਇਸ ਪਾਰਟੀ ਨੂੰ ਦਿੱਤਾ ਸਹਿਯੋਗ ਅਤੇ ਸਮਰਥਨ, ਉਹਦੇ ਕਾਰਨ ਹੀ ਅੱਜ ਪਾਰਟੀ ਸਾਡੀ ਵਧੀ ਫੁੱਲੀ ਹੈ। ਇੱਕ ਬਹੁਤ ਵੱਡਾ ਘਾਟਾ ਸਤਪਾਲ ਜੀ ਦੇ ਜਾਣ ਨਾਲ ਭਾਰਤੀ ਜਨਤਾ ਪਾਰਟੀ ਨੂੰ ਪਿਆ ਹੈ। ਮੈਂ ਸਮਝਦਾ ਕਿ ਦੁਨੀਆ ਦੇ ਅੰਦਰ ਜਿਹੜਾ ਵਿਅਕਤੀ ਆਇਆ ਉਹਨੇ ਜਾਣਾ ਹੈ, ਲੇਕਿਨ ਜਿਹੜੇ ਲੋਕ ਆਪਣੇ ਚੰਗੇ ਕਰਮਾਂ ਦੇ ਨਾਲ ਆਪਣੀ ਛਾਪ ਛੱਡ ਕੇ ਜਾਂਦੇ ਆ ਉਹ ਹਮੇਸ਼ਾ ਜਿੰਦਾ ਰਹਿੰਦੇ ਆ। ਔਰ ਸਤਪਾਲ ਜੀ ਵੀ ਹਮੇਸ਼ਾ ਸਾਡੇ ਅੰਦਰ ਉਹਨਾਂ ਦੇ ਵਿਚਾਰ, ਉਹਨਾਂ ਦਾ ਕੰਮ ਕਰਨ ਦਾ ਤਰੀਕਾ, ਉਹਨਾਂ ਦੀ ਪ੍ਰੇਰਨਾ ਜਿਹੜੀ ਉਹ ਹਮੇਸ਼ਾ ਸਾਨੂੰ ਪ੍ਰੇਰਿਤ ਕਰਦੀ ਰਹੇਗੀ ਔਰ ਅਸੀਂ ਸਤਪਾਲ ਜੀ ਦੇ ਦਿਖਾਏ ਮਾਰਗ ਦੇ ਉੱਤੇ ਹਮੇਸ਼ਾ ਚੱਲਦੇ ਰਵਾਂਗੇ। ਪਰਮ ਪਿਤਾ ਪਰਮਾਤਮਾ ਸਾਨੂੰ ਇਹਨਾਂ ਬਲ ਬਖਸ਼ੇ ਕਿ ਅਸੀਂ ਉਹਨਾਂ ਦੇ ਦੱਸੇ ਰਸਤੇ ਦੇ ਚੱਲ ਸਕੀਏ। ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਇਸ ਪਏ ਘਾਟੇ ਨੂੰ ਪੂਰਾ ਕਰਨ ਦਾ ਵੀ ਕਿਰਪਾ ਕਰਨ। तो बहुत बहुत श्रद्धांजलि है सतपाल महाजन जी ਨੂੰ। धन्यवाद। आज मेरा मन बहुत भरा हुआ है, ऐसे लग रहा है कि जीवन का एक बट वृक्ष गिर गया है। मैं उनकी बहू हूँ पर उन्होंने कभी आज तक मुझे बहू नहीं समझा था। मैं बहुत छोटी उम्र में यहाँ आई थी, 17-18 साल की। तो उन्होंने पता नहीं क्या कैसे इतना विश्वास किया मुझ पर कि अपना सब कुछ मुझे सौंप दिया, हर तरह का, चाहे वो स्कूल के काम थे, चाहे सामाजिक काम थे, चाहे राजनीतिक काम थे, और कभी किसी बात पे रोका नहीं। मैं अक्सर कहा करती थी कि यहाँ तो अहिल्याबाई को ऐसे पिता मिले थे और यहाँ मुझे ऐसे पिता मिले हैं कि जिन्होंने इतना अवसर मुझे आगे बढ़ने के लिए दिया और कभी किसी बात पे रोका नहीं। मैंने कभी कहना कि नहीं ये कैसे होगा, क्यों नहीं होगा, ज़रूर होगा। मुझे याद है जब मेरा कॉरपोरेशन का इलेक्शन था तो मैंने कहा मैं तो वैसे ही समाज सेवा कर रही हूँ, तो इसकी क्या ज़रूरत है। कहते समझो बात को, इससे तुम्हारी शक्ति और बढ़ेगी, तुम्हें और साधन मिलेंगे लोगों की सेवा करने का, समाज की सेवा करने का और लोगों तक पहुंचने का। वो खुद भी हर लोग को टच करते थे, हर एक बंदे को उन्होंने टच किया और यही चाहते थे कि हम सबके साथ मिलकर रहें, सबके साथ मिलकर चलें और किसी को कुछ देने की कोशिश करें। हमें इस समाज ने, इस देश ने बहुत कुछ दिया है, पर हम क्या दे सकते हैं ये उनका लक्ष्य था। किसी से लेना या किसी की तरफ आशा की तरफ देखना ये उनका लक्ष्य नहीं था। उनका लक्ष्य ये था कि हम सबको क्या दे सकते हैं, देश के लिए क्या कर सकते हैं, समाज के लिए क्या कर सकते हैं। मुझे अभी तक याद आता है कि जब मुझे महाजन सभा का अध्यक्ष बनाया गया तो मुझे लगा कि ये बहुत बड़ी जिम्मेदारी है। तब उन्होंने एक ही बात कही थी कि मैं हूँ ना, तुम्हें चिंता करने की ज़रूरत ही नहीं है, जहाँ कहीं भी तुम्हें लगेगा तो मैं तुम्हें पीछे खड़ा हुआ दिखाई दूँगा। और मुझे अभी भी ऐसे ही लगता है कि जाने के बाद भी वो मेरे पीछे खड़े हैं, मुझे शक्ति दे रहे हैं और मुझे हौसला दे रहे हैं।
मैं आज सबका बहुत बहुत धन्यवाद करती हूँ कि सबने इस दुख की घड़ी में अपनापन दिखाया, और मुझे ये नज़र आ रहा है कि ये उन्हीं का दिया हुआ लोगों को अपनापन था जो अब मेरे तक पहुँच रहा है और मुझे शक्ति दे रहा है, मुझे आगे बढ़ने की प्रेरणा दे रहा है। मैं आए हुए और सभी लोगों का जिन्होंने इस परिवार के साथ संवेदना प्रकट की है उनका धन्यवाद करती हूँ, और आशा करती हूँ वो ऐसे ही आगे आने वाले समय में हमारे साथ खड़े रहें। बहुत बहुत धन्यवाद।